ਸੱਤਵੀਂ ਸ਼੍ਰੇਣੀ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹੋਣ। ਨਵਾਂ ਸਾਲ ਸਭ ਲਈ ਸੁੱਖਾ ਭਰਿਆ ਚੜ੍ਹੇ ਤੇ ਸੁੱਖਾ ਭਰਿਆ ਹੀ ਬੀਤੇ। ਪਰਮਵੀਰ ਪੰਜਾਬੀ ਵਿਆਕਰਣ ਅਤੇ ਲਿਖਣ ਕਲਾ 7 ਨੂੰ ਅਸੀਂ ਪੜ੍ਹਨ ਜਾ ਰਹੇ ਹਾਂ, ਜਿਸ ਦਾ ਅਸੀਂ ਪਾਠ ਨੰਬਰ 30 ਪੜ੍ਹਾਂਗੇ। ਲੇਖ ਰਚਨਾ 159 ਪੇਜ ਤੇ 159 ਪੰਨੇ ਦੇ ਉੱਤੇ। ਖੋਲੋ ਪੁਸਤਕਾਂ, ਸ਼ੁਰੂ ਕਰਦੇ ਹਾਂ। ਲੇਖ, ਜਿਵੇਂ ਕਿ ਅਸੀਂ ਪਹਿਲਾਂ ਵੀ ਪੜ੍ਹਿਆ ਹੋਇਆ ਹੈ ਕਿ ਲੇਖ ਰਚਨਾ ਹੁੰਦਾ ਕੀ ਹੈ ਕਿ ਕਿਸੇ ਵਿਸ਼ੇ ਉੱਪਰ ਆਪਣੇ ਵਿਚਾਰਾਂ ਨੂੰ ਜਿਹੜਾ ਅਸੀਂ ਲਿਖਣਾ ਹੈ ਉਹਨੂੰ ਲਿਖਣ ਨੂੰ ਲੇਖ ਆਖ ਦਿੰਦੇ ਨੇ। ਸੋ ਇੱਕ ਅਜਿਹੀ ਕਲਾ ਹੈ ਜਿਸ ਵਿੱਚ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਹੁੰਦੀ ਹੈ। ਸੋ ਜਮਾਤ ਦੀ ਲੋੜ ਦੇ ਅਕੋਰਡਿੰਗਲੀ ਹੀ ਲੇਖ ਲਿਖਣ ਦੇ ਸਮੇਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ। ਸੋ ਜਦੋਂ ਅਸੀਂ ਲੇਖ ਲਿਖਣਾ ਹੈ ਕਿਸੇ ਟੌਪਿਕ ਦੇ ਉੱਤੇ, ਕਿਸੇ ਵਿਸ਼ੇ 'ਤੇ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ। ਸੋ ਇਹ ਜਾਣਕਾਰੀ ਸਾਨੂੰ ਕਿੱਥੋਂ ਮਿਲ ਸਕਦੀ ਹੈ? ਟੀਚਰਸ ਕੋਲੋਂ ਮਿਲ ਸਕਦੀ ਹੈ, ਬੁੱਕਸ ਵਿੱਚੋਂ ਮਿਲ ਸਕਦੀ ਹੈ, ਨਿਊਜ਼ਪੇਪਰ ਵਿੱਚੋਂ, ਟੈਲੀਵਿਜ਼ਨ, ਇੰਟਰਨੈਟ ਆਦਿ ਅਲੱਗ-ਅਲੱਗ ਜਿਹੜੀਆਂ ਚੀਜ਼ਾਂ ਨੇ ਸਾਨੂੰ ਗਿਆਨ ਦੇਣ ਵਾਲੀਆਂ, ਉੱਥੋਂ ਸਾਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ। ਸੋ ਕਿਹੜੇ ਨੁਕਤੇ ਸਾਨੂੰ ਅਪਣਾਉਣੇ ਚਾਹੀਦੇ ਨੇ, ਪੁਆਇੰਟਸ ਕਿਹੜੇ ਯਾਦ ਰੱਖਣੇ ਚਾਹੀਦੇ ਨੇ ਕਿ ਵਿਸ਼ੇ ਦੇ ਅਨੁਕੂਲ ਹੀ ਸਾਡੀਆਂ ਜਿਹੜੀਆਂ ਗੱਲਾਂ ਉਹਦੇ 'ਚ ਅਸੀਂ ਲਿਖਣੀਆਂ ਨੇ ਲੇਖ 'ਚ ਢੁਕਵੀਆਂ ਹੋਣ। ਵਾਕ ਛੋਟੇ ਹੋਣੇ ਚਾਹੀਦੇ ਨੇ। ਪੈਰਿਆਂ ਵਿੱਚ ਲਿਖਣਾ ਹੈ ਲੇਖ ਨੂੰ, ਅਤੇ ਹਰ ਵਿਚਾਰ ਨੂੰ ਨਵੇਂ ਪੈਰੇ ਵਿੱਚ ਹੀ ਲਿਖਣਾ ਹੈ। ਜਦੋਂ ਵੀ ਕੋਈ ਨਵਾਂ ਵਿਚਾਰ ਸ਼ੁਰੂ ਕਰਨਾ ਹੈ, ਪੈਰਾ ਪੈਸੇਜ ਚੇਂਜ ਕਰ ਲੈਣਾ ਹੈ। ਭਾਸ਼ਾ ਜਿਹੜੀ ਸਰਲ ਹੋਵੇ, ਸਪਸ਼ਟ, ਪ੍ਰਭਾਵਸ਼ਾਲੀ ਅਤੇ ਸ਼ੁੱਧ ਹੋਣੀ ਚਾਹੀਦੀ ਹੈ। ਇਫੈਕਟਿਵ ਹੋਵੇ, ਸਾਫ਼ ਸੁਥਰੀ ਹੋਵੇ, ਕਲੀਅਰ ਹੋਵੇ। ਅਖਾਣ ਮੁਹਾਵਰਿਆਂ ਦੀ ਵਰਤੋਂ ਕਰ ਸਕਦੇ ਹਾਂ ਅਸੀਂ ਲੋੜ ਮੁਤਾਬਕ ਢੁਕਵੀਂ ਜਗ੍ਹਾ 'ਤੇ। ਮਹਾਂਪੁਰਸ਼ਾਂ ਅਤੇ ਵਿਦਵਾਨਾਂ ਦੇ ਕਥਨ, ਉਹਨਾਂ ਦੀਆਂ ਕਹੀਆਂ ਹੋਈਆਂ ਗੱਲਾਂ ਨੂੰ ਵੀ ਅਸੀਂ ਲੋੜ ਅਨੁਸਾਰ ਵਰਤ ਸਕਦੇ ਹਾਂ। ਇਤਿਹਾਸਿਕ ਅਤੇ ਮਿਥਿਹਾਸਿਕ ਹਵਾਲਿਆਂ ਦੀ ਵੀ ਵਰਤੋਂ ਕਰ ਸਕਦੇ ਹਾਂ। ਆਰੰਭ ਅਤੇ ਅੰਤ ਬਹੁਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ ਲੇਖ ਦਾ। ਸਾਰੇ ਵਿਚਾਰ ਇਸ ਤਰੀਕੇ ਨਾਲ ਵਿੱਚ ਇਹਦੇ ਪੇਸ਼ ਕਰਨੇ ਹਨ ਜਿਵੇਂ ਇੱਕ ਮੋਤੀਆਂ ਦੀ ਮਾਲਾ ਹੋਈ ਹੁੰਦੀ ਹੈ, ਪਰੋਈ ਹੁੰਦੀ ਹੈ ਨਾ ਮਾਲਾ, ਉਸ ਤਰੀਕੇ ਨਾਲ ਸਾਡੇ ਵਿਚਾਰ ਲੇਖ ਦੇ ਵਿੱਚ ਪੇਸ਼ ਹੋਣੇ ਚਾਹੀਦੇ ਨੇ। ਸੋ ਅੱਜ ਅਸੀਂ ਪੜ੍ਹਨ ਜਾ ਰਹੇ ਹਾਂ ਲੇਖ ਨੰਬਰ 20, ਚੰਗੇ ਵਿਦਿਆਰਥੀ ਦੇ ਗੁਣ। 185 ਪੰਨੇ 'ਤੇ ਹੈ, 185 ਪੇਜ। ਖੋਲੋ ਪੁਸਤਕਾਂ ਦਾ ਇਹ ਪੇਜ ਅਤੇ ਆਪਾਂ ਸ਼ੁਰੂ ਕਰਦੇ ਹਾਂ। ਚੰਗੇ ਵਿਦਿਆਰਥੀ ਦੇ ਗੁਣ। ਸਾਰੇ ਹੀ ਤੁਸੀਂ ਚੰਗੇ ਹੋ। ਵਿਦਿਆਰਥੀ ਬਣਦਾ ਹੀ ਉਹ ਹੈ ਜਿਹੜਾ ਚੰਗਾ ਹੋਵੇ। ਇਨਸਾਨ ਪੜ੍ਹਨ ਦਾ ਥੋੜ੍ਹਾ ਬਹੁਤਾ ਕਰੇਜ਼ ਹੋਵੇ ਜਿਹਦੇ ਅੰਦਰ, ਥੋੜ੍ਹਾ ਵੀ ਹੋ ਸਕਦਾ, ਬਹੁਤਾ ਵੀ ਹੋ ਸਕਦਾ। ਪੜ੍ਹਨਾ ਚੰਗਾ ਲੱਗਦਾ ਹੈ ਸਭ ਨੂੰ। ਵਿਦਿਆਰਥੀ ਜੀਵਨ ਦੇ ਵਿੱਚ ਤਾਂ ਹੀ ਤੁਸੀਂ ਆਉਂਦੇ ਹੋ। ਜੇ ਪੜ੍ਹਨਾ ਨਾ ਹੋਵੇ ਤਾਂ ਵਿਦਿਆਰਥੀ ਨਹੀਂ ਬਣੋਗੇ। ਵਿਦਿਆਰਥੀ ਉਹੀ ਹੈ ਜਿਹੜਾ ਵਿੱਦਿਆ ਗ੍ਰਹਿਣ ਕਰਦਾ ਹੈ। ਸੋ ਚੰਗਾ ਵਿਦਿਆਰਥੀ ਕਿਹੜਾ ਹੈ? ਆਓ ਸ਼ੁਰੂ ਕਰਦੇ ਹਾਂ ਲੇਖ। ਰੂਪ ਰੇਖਾ ਹੈ। ਭੂਮਿਕਾ, ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ, ਸਮੇਂ ਦਾ ਪਾਬੰਦ, ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਵਿੱਚ ਭਾਗ ਲੈਣਾ, ਵਿਦਿਆਰਥੀ ਦੇ ਫਰਜ਼, ਚੰਗੀ ਸੰਗਤ, ਸਮਾਜਿਕ ਬੁਰਾਈਆਂ ਪ੍ਰਤੀ ਭੂਮਿਕਾ ਅਤੇ ਸਾਰੰਸ਼। ਭੂਮਿਕਾ, ਜਿਹੜਾ ਕਿਸੇ ਵੀ ਸਕੂਲ, ਕਾਲਜ ਜਾਂ ਯੂਨੀਵਰਸਿਟੀ ਵਿੱਚੋਂ ਵਿੱਦਿਆ ਪ੍ਰਾਪਤ ਕਰ ਰਿਹਾ ਹੁੰਦਾ ਹੈ ਉਸ ਨੂੰ ਵਿਦਿਆਰਥੀ ਆਖਦੇ ਹਨ। ਇਹਨਾਂ ਵਿਦਿਆਰਥੀਆਂ ਨੇ ਹੀ ਆਉਣ ਵਾਲੇ ਸਮੇਂ ਵਿੱਚ ਦੇਸ਼ ਦੀ ਵਾਗਡੋਰ ਸੰਭਾਲਣੀ ਹੁੰਦੀ ਹੈ। ਇਸ ਲਈ ਵਿਦਿਆਰਥੀਆਂ ਨੂੰ ਆਪਣੇ ਆਪ ਵਿੱਚ ਅਜਿਹੇ ਗੁਣ ਪੈਦਾ ਕਰਨੇ ਚਾਹੀਦੇ ਹਨ ਜਿਨ੍ਹਾਂ ਦੇ ਆਧਾਰ 'ਤੇ ਉਹਨਾਂ ਦੀ ਸ਼ਖਸੀਅਤ ਦੇ ਉਸਾਰੂ ਪੱਖ ਸਾਹਮਣੇ ਆ ਸਕਣ। ਸੋ ਚੰਗਾ ਵਿਦਿਆਰਥੀ ਉਹੀ ਹੈ ਜਿਹਦੇ ਵਿੱਚ ਗੁਣ ਅਜਿਹੇ ਹੋਣਗੇ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਹ ਆਪਣੀ ਸ਼ਖਸੀਅਤ ਦੇ ਉਸਾਰੂ ਪੱਖ ਸਾਹਮਣੇ ਲਿਆ ਸਕੇ। ਮਾਪਿਆਂ ਅਤੇ ਅਧਿਆਪਕਾਂ ਦਾ ਸਤਿਕਾਰ। ਚੰਗੇ ਵਿਦਿਆਰਥੀ ਲਈ ਸਭ ਤੋਂ ਅਹਿਮ ਗੁਣ ਇਹੋ ਹੈ ਕਿ ਪਹਿਲਾਂ ਤਾਂ ਉਹ ਆਪਣੇ ਮਾਪਿਆਂ ਦਾ ਸਤਿਕਾਰ ਕਰੇ, ਇਸ ਦੇ ਨਾਲ ਹੀ ਉਹ ਆਪਣੇ ਅਧਿਆਪਕਾਂ ਦਾ ਦਿਲੋਂ ਸਤਿਕਾਰ ਕਰੇ ਜੋ ਉਸ ਨੂੰ ਵਿੱਦਿਆ ਗ੍ਰਹਿਣ ਕਰਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ। ਇਸੇ ਤਰ੍ਹਾਂ ਚੰਗੇ ਵਿਦਿਆਰਥੀ ਨੂੰ ਹਰ ਵੱਡੇ ਦਾ ਸਤਿਕਾਰ ਅਤੇ ਛੋਟੇ ਨੂੰ ਪਿਆਰ ਕਰਨਾ ਚਾਹੀਦਾ ਹੈ। ਇੱਕ ਗੁਣ ਹੁਣ ਇਹ ਹੈ ਕਿ ਜਿਹੜਾ ਚੰਗਾ ਵਿਦਿਆਰਥੀ ਉਹ ਨਿਰਾਦਰ ਨਹੀਂ ਕਰੇਗਾ, ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰੇਗਾ, ਰਿਸਪੈਕਟ ਦੇਵੇਗਾ, ਛੋਟਿਆਂ ਨੂੰ ਵੀ ਪਿਆਰ ਕਰੇਗਾ, ਲੜਾਈ ਦੇ ਖਿਲਾਫ ਹੋਏਗਾ, ਗੁੱਸੇ ਤੋਂ ਪਰੇ ਰਹੇਗਾ, ਗੁਰੇਜ਼ ਕਰੇਗਾ। ਸਮੇਂ ਦਾ ਪਾਬੰਦ, ਪੰਕਚੁਅਲ ਹੋਣਾ ਜ਼ਰੂਰੀ ਹੈ। ਚੰਗੇ ਵਿਦਿਆਰਥੀ ਨੂੰ ਹਮੇਸ਼ਾ ਹੀ ਸਮੇਂ ਦਾ ਪਾਬੰਦ ਰਹਿਣਾ ਚਾਹੀਦਾ ਹੈ। ਉਸ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਦੀ ਸਮਾਂ ਸੂਚੀ ਬਣਾਉਣੀ ਚਾਹੀਦੀ ਹੈ। ਉਸ ਨੂੰ ਸਮੇਂ ਸਿਰ ਵਿੱਦਿਅਕ ਅਦਾਰੇ ਵਿੱਚ ਪਹੁੰਚਣਾ ਚਾਹੀਦਾ ਹੈ ਅਤੇ ਆਪਣੀ ਪੜ੍ਹਾਈ ਨਾਲ ਸੰਬੰਧਿਤ ਸਾਰੇ ਕੰਮ ਸਮੇਂ ਸਿਰ ਕਰਨੇ ਚਾਹੀਦੇ ਹਨ। ਜਿਹੜੇ ਵਿਦਿਆਰਥੀ ਸਮੇਂ ਦੇ ਪਾਬੰਦ ਨਹੀਂ ਰਹਿੰਦੇ ਉਹਨਾਂ ਨੂੰ ਇੱਕ ਨਾ ਇੱਕ ਦਿਨ ਜ਼ਰੂਰ ਪਛਤਾਉਣਾ ਪੈਂਦਾ ਹੈ, ਕਿਉਂਕਿ ਲੰਘ ਗਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਂਦਾ। ਇਹ ਤਾਂ ਤੁਹਾਨੂੰ ਬਾਰ-ਬਾਰ ਟੀਚਰਸ ਵੀ ਕਹਿੰਦੇ ਨੇ, ਬਾਰ-ਬਾਰ ਸਮਝਾਇਆ ਵੀ ਜਾਂਦਾ ਹੈ ਕਿ ਆਪਣਾ ਕੰਮ ਟਾਈਮ ਸਿਰ ਕਰੋ, ਸਮੇਂ ਸਿਰ ਕਰੋ, ਕਿਉਂਕਿ ਸਮਾਂ ਕਿਸੇ ਲਈ ਨਹੀਂ ਰੁਕਦਾ, ਸਾਨੂੰ ਸਮੇਂ ਦੇ ਨਾਲ ਚੱਲਣਾ ਪੈਂਦਾ ਹੈ। ਸੋ ਜਿਹੜਾ ਚੰਗਾ ਵਿਦਿਆਰਥੀ ਹੈ ਉਹ ਸਮੇਂ ਦਾ ਪਾਬੰਦ ਹੁੰਦਾ ਹੈ, ਪੰਕਚੁਅਲ ਹੁੰਦਾ ਹੈ, ਪੰਕਚੁਅਲਿਟੀ ਵਿੱਚ ਰਹਿੰਦਾ ਹੈ ਅਤੇ ਆਪਣਾ ਕੰਮ ਸਹੀ ਢੰਗ ਨਾਲ ਕਰਦਾ ਹੈ।
ਪੜ੍ਹਾਈ ਦੇ ਨਾਲ ਹੋਰ ਗਤੀਵਿਧੀਆਂ ਵਿੱਚ ਭਾਗ ਲੈਣਾ। ਇੱਕ ਚੰਗਾ ਵਿਦਿਆਰਥੀ ਕੇਵਲ ਕਿਤਾਬੀ ਕੀੜਾ ਹੀ ਨਹੀਂ ਹੁੰਦਾ, ਬਲਕਿ ਉਹ ਪੜ੍ਹਾਈ ਦੇ ਨਾਲ ਖੇਡਾਂ ਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਵਿੱਚ ਵੀ ਭਾਗ ਲੈਂਦਾ ਹੈ। ਜਿਹੜੀਆਂ ਹੋਰ ਕਲਚਰਲ ਐਕਟੀਵਿਟੀਜ਼ ਹੁੰਦੀਆਂ ਨੇ ਜਾਂ ਫਿਰ ਸਪੋਰਟਸ ਨਾਲ ਰਿਲੇਟਡ ਐਕਟੀਵਿਟੀਜ਼ ਹੁੰਦੀਆਂ, ਉਹਨਾਂ ਦੇ ਵਿੱਚ ਵੀ ਉਹ ਪਾਰਟਿਸਿਪੇਟ ਕਰਦਾ ਹੈ। ਅਜਿਹੀਆਂ ਗਤੀਵਿਧੀਆਂ ਹੀ ਵਿਦਿਆਰਥੀ ਦੀ ਸ਼ਖਸੀਅਤ ਦੇ ਸੰਪੂਰਨ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਜਿਹੀਆਂ ਗਤੀਵਿਧੀਆਂ ਨਾਲ ਵਿਦਿਆਰਥੀਆਂ ਦੀ ਸ਼ਖਸੀਅਤ ਵਿੱਚ ਚੰਗੇ ਗੁਣ ਸਹਿਜੇ ਹੀ ਸ਼ਾਮਲ ਹੋ ਜਾਂਦੇ ਹਨ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹਦੇ ਨਾਲ ਵਿਦਿਆਰਥੀ ਇੱਕ ਚੰਗਾ ਵਿਦਿਆਰਥੀ ਬਣ ਜਾਂਦਾ ਹੈ, ਉਹਦੀਆਂ ਕੁਆਲਿਟੀਜ਼ ਹੋਰ ਨਿਖਰਨੀਆਂ ਸ਼ੁਰੂ ਹੋ ਜਾਂਦੀਆਂ ਨੇ। ਵਿਦਿਆਰਥੀ ਦੇ ਫਰਜ਼, ਹੁਣ ਉਹਦੇ ਡਿਊਟੀਜ਼ ਕੀ ਨੇ? ਚੰਗੇ ਵਿਦਿਆਰਥੀ ਦਾ ਇਹ ਵੀ ਫਰਜ਼ ਹੁੰਦਾ ਹੈ ਕਿ ਉਹ ਜਿੱਥੇ ਵੀ ਰਹਿੰਦਾ ਹੈ ਉੱਥੇ ਆਪਣੀ ਹੋਂਦ ਦਾ ਅਹਿਸਾਸ ਕਰਾਵੇ। ਇਸ ਲਈ ਉਸਨੂੰ ਆਪਣੇ ਫਰਜ਼ਾਂ ਪ੍ਰਤੀ ਵੀ ਸੁਚੇਤ ਰਹਿਣਾ ਚਾਹੀਦਾ ਹੈ। ਉਸ ਵਿੱਚ ਲੋੜਵੰਦਾਂ ਦੀ ਸਹਾਇਤਾ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਉਸਨੂੰ ਵੱਖ-ਵੱਖ ਸਵੈ ਸੇਵੀ ਸੰਸਥਾਵਾਂ ਵੱਲੋਂ ਲੋਕ ਸੇਵਾ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚ ਵੀ ਭਾਗ ਲੈਣਾ ਚਾਹੀਦਾ ਹੈ। ਉਸਨੂੰ ਆਮ ਲੋਕਾਂ ਨੂੰ ਸਮੇਂ-ਸਮੇਂ ਹੋਣ ਵਾਲੀਆਂ ਮਾਰੂ ਬਿਮਾਰੀਆਂ ਪ੍ਰਤੀ ਵੀ ਜਾਗਰੂਕ ਕਰਨਾ ਚਾਹੀਦਾ ਹੈ। ਚੰਗੇ ਵਿਦਿਆਰਥੀ ਵਿੱਚ ਦੇਸ਼ ਪਿਆਰ ਦਾ ਜਜ਼ਬਾ ਵੀ ਠਾਠਾਂ ਮਾਰਦਾ ਹੋਣਾ ਚਾਹੀਦਾ ਹੈ। ਦੇਸ਼ ਪ੍ਰਤੀ ਵੀ ਪਿਆਰ ਹੋਵੇ ਤੇ ਜਿਹੜੇ ਲੋਕ ਸੇਵਾ ਦੇ ਕੰਮ ਨੇ ਉਹਦੇ ਵਿੱਚ ਵੀ ਭਾਗ ਲੈਂਦਾ ਹੋਵੇ। ਸੋ ਅਜਿਹੀਆਂ ਚੀਜ਼ਾਂ ਪ੍ਰਤੀ ਉਹ ਸੁਚੇਤ ਰਹਿੰਦਾ ਹੋਵੇ, ਆਪਣੇ ਫਰਜ਼ਾਂ ਪ੍ਰਤੀ ਉਹ ਸੁਚੇਤ ਹੋਵੇ, ਡਿਊਟੀਜ਼ ਆਪਣੀਆਂ ਸਹੀ ਤਰੀਕੇ ਨਾਲ ਨਿਭਾਵੇ। ਚੰਗੀ ਸੰਗਤ, ਸਾਥ ਉਹਦਾ ਚੰਗਿਆਂ ਨਾਲ ਹੋਵੇ। ਚੰਗੇ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਉਹ ਹਮੇਸ਼ਾ ਚੰਗੀ ਸੰਗਤ 'ਚ ਰਹੇ, ਕਿਉਂਕਿ ਮਾੜਿਆਂ ਨਾਲ ਸੰਗਤ ਕਰਿਆਂ ਮਨ ਵਿੱਚ ਮਾੜੇ ਵਿਚਾਰ ਹੀ ਪੈਦਾ ਹੁੰਦੇ ਹਨ। ਇਸੇ ਤਰ੍ਹਾਂ ਉਸਨੂੰ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਆਪਣੀ ਖੁਰਾਕ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਵੱਧ ਰਹੇ ਬਾਜ਼ਾਰੀ ਭੋਜਨ ਦੀ ਥਾਂ ਘਰ ਦਾ ਸਾਫ਼ ਤੇ ਸਾਦਾ ਭੋਜਨ ਖਾਣ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸੇ ਤਰ੍ਹਾਂ ਉਸਨੂੰ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਲੋਕਾਂ ਨਾਲ ਨੇੜਤਾ ਬਣਾਉਣ ਦੀ ਥਾਂ ਉਹਨਾਂ ਨੂੰ ਵੀ ਲਾਹਨਤ ਤੋਂ ਛੁਟਕਾਰਾ ਪਾਉਣ ਲਈ ਪ੍ਰੇਰਨਾ ਚਾਹੀਦਾ ਹੈ। ਸੋ ਕਿ ਇੱਕ ਤਾਂ ਬਾਜ਼ਾਰੀ ਖਾਣਾ ਜਿਹੜਾ ਬਾਹਰ ਦਾ ਫਾਸਟ ਫੂਡ ਹੈ ਉਸ ਤੋਂ ਗਰੇਜ਼ ਕਰੇ, ਸਿੰਪਲ ਤੇ ਸਾਦੀ ਰੋਟੀ ਖਾਵੇ, ਘਰ ਦਾ ਬਣਿਆ ਭੋਜਨ। ਨਸ਼ਿਆਂ ਤੋਂ ਦੂਰ ਰਹੇ, ਜਿਹੜੇ ਨਸ਼ੇ ਕਰਦੇ ਨੇ ਉਹਨਾਂ ਨੂੰ ਵੀ ਲਾਹਨਤਾਂ ਪਾ ਕੇ ਉਹਨਾਂ ਤੋਂ ਛੁਟਕਾਰਾ ਦਿਵਾਉਣ ਲਈ ਪ੍ਰੇਰਨਾ ਦੇਵੇ, ਕੋਈ ਐਗਜ਼ੈਂਪਲ ਉਹਨਾਂ ਦੇ ਸਾਹਮਣੇ ਪੇਸ਼ ਕਰੇ। ਸੋ ਚੰਗੀ ਸੰਗਤ ਵਿੱਚ ਰਹੇ ਤੇ ਚੰਗਿਆਂ ਦੀ ਸੰਗਤ ਕਰਨ ਨਾਲ ਉਹਦੇ ਮਨ ਵਿੱਚ ਵਿਚਾਰ ਵੀ ਜਿਹੜੇ ਨੇ ਉਹ ਵੀ ਚੰਗੇ ਹੋਣ। ਸਮਾਜਿਕ ਬੁਰਾਈਆਂ ਪ੍ਰਤੀ ਭੂਮਿਕਾ, ਚੰਗੇ ਵਿਦਿਆਰਥੀ ਨੂੰ ਚਾਹੀਦਾ ਹੈ ਕਿ ਉਹ ਆਪ ਵੀ ਸਮਾਜਿਕ ਬੁਰਾਈਆਂ ਪ੍ਰਤੀ ਸੁਚੇਤ ਹੋਵੇ ਤੇ ਲੋਕਾਂ ਨੂੰ ਵੀ ਇਹਨਾਂ ਪ੍ਰਤੀ ਚੇਤਨ ਕਰੇ। ਅਜੋਕੇ ਦੌਰ ਵਿੱਚ ਫੋਕੀ ਸ਼ੋਹਰਤ ਲਈ ਵਿਆਹਾਂ 'ਤੇ ਕੀਤੀ ਜਾਂਦੀ ਫਜ਼ੂਲ ਖਰਚੀ ਇੱਕ ਸਮਾਜਿਕ ਸਮੱਸਿਆ ਹੀ ਹੈ। ਇਸੇ ਤਰ੍ਹਾਂ ਔਰਤਾਂ ਦੇ ਸਤਿਕਾਰ, ਫਜ਼ੂਲ ਦੇ ਫੈਸ਼ਨ, ਕਿਰਤ ਦੀ ਮਹੱਤਤਾ, ਵਹਿਮਾਂ ਭਰਮਾਂ ਆਦਿ ਸੰਬੰਧੀ ਵੀ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਇਸੇ ਪ੍ਰਕਾਰ ਹੀ ਲੋਕਾਂ ਦੇ ਹਵਾ, ਪਾਣੀ ਤੇ ਸ਼ੋਰ ਪ੍ਰਦੂਸ਼ਣ ਸੰਬੰਧੀ ਸੁਚੇਤ ਕਰਦਿਆਂ ਇਸ ਸੰਬੰਧੀ ਆਪਣੀ ਉਸਾਰੂ ਭੂਮਿਕਾ ਨਿਭਾਉਣ ਲਈ ਪ੍ਰੇਰਨਾ ਚਾਹੀਦਾ ਹੈ। ਇੰਜ ਚੰਗਾ ਵਿਦਿਆਰਥੀ ਆਪਣੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਨੂੰ ਹੀ ਨੈਤਿਕ ਕਦਰਾਂ ਕੀਮਤਾਂ ਦੀ ਮਹੱਤਤਾ ਸੰਬੰਧੀ ਸਹਿਜੇ ਹੀ ਸੰਦੇਸ਼ ਦੇ ਦਿੰਦਾ ਹੈ। ਸਮਾਜ ਵਿੱਚ ਜਿਹੜੀਆਂ ਫੈਲੀਆਂ ਨੇ ਬੁਰਾਈਆਂ, ਉਹਨਾਂ ਦੇ ਪ੍ਰਤੀ ਵੀ ਉਹਨੂੰ ਚੇਤਨ ਹੋਣਾ ਚਾਹੀਦਾ, ਸੁਚੇਤ ਹੋਣਾ ਚਾਹੀਦਾ। ਇੱਕ ਤਾਂ ਜਿਹੜੀ ਫੋਕੀ ਸ਼ੋਹਰਤ ਵਿਖਾਉਂਦੇ ਨੇ, ਵਿਆਹਾਂ 'ਤੇ ਖਰਚਾ ਕਰਦੇ ਨੇ, ਉਹਦੇ ਪ੍ਰਤੀ ਉਹਨੇ ਦੂਸਰਿਆਂ ਨੂੰ ਦੱਸਣਾ ਹੈ, ਔਰਤਾਂ ਦਾ ਸਤਿਕਾਰ ਕਰਨਾ ਹੈ, ਜਿਹੜੀ ਫਜ਼ੂਲ ਖਰਚੀ ਹੈ ਉਹ ਤੋਂ ਦੂਰ ਰਹਿਣਾ ਹੈ। ਪਾਣੀ ਦੀ ਜਿਹੜੀ ਵਰਤੋਂ, ਲੋੜ ਤੋਂ ਵੱਧ ਵਰਤੋਂ ਹੈ, ਉਹਦੇ ਸੰਬੰਧੀ ਲੋਕਾਂ ਨੂੰ ਸੁਚੇਤ ਕਰਨਾ ਹੈ। ਸ਼ੋਰ ਪ੍ਰਦੂਸ਼ਣ ਕਿਵੇਂ ਹੁੰਦਾ ਹੈ, ਹੋਰ ਹਵਾ ਪ੍ਰਦੂਸ਼ਣ ਹੈ ਜਾਂ ਹੋਰ ਕਈ ਕਿਸਮ ਦੇ ਜਿਹੜੇ ਪ੍ਰਦੂਸ਼ਣ ਹਨ, ਉਹਨਾਂ ਸੰਬੰਧੀ ਸੁਚੇਤ ਕਰਨਾ ਹੈ ਲੋਕਾਂ ਨੂੰ। ਆਪਣੀ ਇੱਕ ਚੰਗੀ ਭੂਮਿਕਾ, ਆਪਣਾ ਚੰਗਾ ਰੋਲ ਅਦਾ ਕਰਦੇ ਹੋਏ ਪ੍ਰੇਰਨਾ ਦੇਣੀ ਹੈ। ਸਾਰੰਸ਼ ਕੀ ਹੈ? ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਮਾਜ ਦਾ ਬਹੁਤ ਹੀ ਮਹੱਤਵਪੂਰਨ ਹਿੱਸਾ ਹੁੰਦੇ ਹਨ। ਇਹਨਾਂ ਵਿਦਿਆਰਥੀਆਂ ਨੇ ਹੀ ਅੱਗੇ ਜਾ ਕੇ ਵੱਡੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਹੁੰਦੀਆਂ ਹਨ। ਇਸ ਲਈ ਵਿਦਿਆਰਥੀ ਨੂੰ ਆਪਣੀ ਸ਼ਖਸੀਅਤ ਦੀ ਉਸਾਰੀ ਲਈ ਚੰਗੇ ਆਗੂਆਂ ਤੇ ਮਹਾਂਪੁਰਖਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਵਿੱਚ ਚੰਗੇ ਗੁਣ ਪੈਦਾ ਕਰਨੇ ਚਾਹੀਦੇ ਹਨ। ਸੋ ਇੱਕ ਚੰਗਾ ਵਿਦਿਆਰਥੀ ਹੈ ਜਿਹੜਾ, ਉਹਦੇ ਵਿੱਚ ਇਹ ਸਾਰੀਆਂ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਨੇ। ਚੰਗਿਆਂ ਦੀ ਸੰਗਤ ਕਰਨੀ ਚਾਹੀਦੀ ਹੈ, ਮਹਾਂਪੁਰਖਾਂ ਦੀ, ਵਿਦਵਾਨਾਂ ਦੀ ਸੰਗਤ ਕਰਨੀ ਚਾਹੀਦੀ ਹੈ, ਚੰਗੇ ਲੋਕਾਂ ਦੀ ਸੰਗਤ ਕਰਨੀ ਚਾਹੀਦੀ ਹੈ, ਚੰਗੀਆਂ ਸਿੱਖਿਆਵਾਂ ਧਾਰਨ ਕਰਨੀਆਂ ਚਾਹੀਦੀਆਂ ਨੇ ਤੇ ਬੁਰਾਈਆਂ ਤੋਂ ਦੂਰ ਰਹਿਣਾ ਚਾਹੀਦਾ ਹੈ। ਆਸ ਕਰਦੇ ਹਾਂ ਲੇਖ ਚੰਗਾ ਲੱਗਾ ਹੋਏਗਾ। ਇਹਨੂੰ ਚੰਗੇ ਤਰੀਕੇ ਨਾਲ ਤੁਸੀਂ ਵੀ ਪੜ੍ਹੋਗੇ, ਸਮਝੋਗੇ ਤੇ ਫਿਰ ਆਪਣੀਆਂ ਕਾਪੀਆਂ ਦੇ ਉੱਤੇ ਯਾਦ ਕਰਕੇ ਲਿਖੋਗੇ। ਅੱਜ ਲਈ ਇੰਨਾ ਹੀ। ਧੰਨਵਾਦ।